गगन बिनस गया तेरा बोलत कहाँ समाई। ए हो संसार मोको अन दिन व्यापै मोको को न कहे समझाई। एहो संसार मोको अन दिन व्यापै मोको को न कहे समझाई। धन धन ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ, ਆਪ ਜੀ ਸਾਰੇ ਵਡਭਾਗੇ ਹੋ ਜਿਨ੍ਹਾਂ ਨੇ ਬੜੇ ਅਦਬ ਸਤਿਕਾਰ ਸਹਿਤ ਗੁਰੂ ਕੇ ਦਰਬਾਰ ਵਿੱਚ ਬੈਠ ਕੇ ਸਨਮਾਨਯੋਗ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਦੇ ਹਜ਼ੂਰੀ ਕੀਰਤਨੀ ਜਥੇ ਪਾਸੋਂ ਆਸਾ ਕੀ ਵਾਰ ਦਾ ਕੀਰਤਨ, ਗੁਰੂ ਗਿਆਨ, ਗੁਰੂ ਉਪਦੇਸ਼, ਗੁਰੂ ਕੀ ਮਹਿਮਾ, ਗੁਰੂ ਦੀਆਂ ਸਿਫਤਾਂ ਸਰਵਣ ਕੀਤੀਆਂ ਹਨ। ਹੁਣ ਸਮਾਂ ਹੈ ਚੱਲ ਰਹੇ ਲੜੀਵਾਰ ਸ਼ਬਦ ਦੀ ਵਿਚਾਰ ਦਾ, ਕਥਾ ਦਾ। ਜੋ ਵਿਚਾਰ ਅਧੀਨ ਸ਼ਬਦ ਚੱਲ ਰਹੇ ਹਨ ਗੌੜੀ ਰਾਗ ਦੀ ਭਗਤ ਬਾਣੀ ਵਿੱਚੋਂ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਸ਼ਬਦ। ਸਿਰਲੇਖ ਹੈ ਰਾਗ ਗੌੜੀ, ਪੂਰਬੀ ਕਬੀਰ ਜੀ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਮੰਗਲ ਗਾਇਨ ਕਰਕੇ ਸਤਿਗੁਰੂ ਪਾਤਸ਼ਾਹ ਭਗਤ ਜੀ ਸ਼ਬਦ ਦੀ ਰਮਤਾ ਕਰਦੇ ਹਨ। ਇਸ ਸ਼ਬਦ ਦਾ ਮੂਲ ਪਾਠ ਸਤਿਕਾਰਯੋਗ ਸਨਮਾਨਯੋਗ ਗੁਰੂ ਘਰ ਦੇ ਬਹੁਤ ਹੀ ਸਤਿਕਾਰਯੋਗ ਗ੍ਰੰਥੀ ਸਾਹਿਬਾਨ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਪਾਸੋਂ ਆਪ ਜੀ ਨੇ ਸ਼ਬਦ ਸਰਵਣ ਕੀਤਾ ਹੈ। ਵਿਚਾਰ ਦੇ ਨਾਲ ਸਾਂਝ ਪਾਈਏ, ਮਨ ਬਿਰਤਿਆਂ ਦੀ ਇਕਾਗਰਤਾ ਬਣਾਈਏ, ਸੁਰਤ ਗੁਰੂ ਸ਼ਬਦਾਂ ਵਿੱਚ ਜੋੜੀਏ। ਗੁਰੂ ਸ਼ਬਦ ਦਾ ਧਿਆਨ ਧਰਦੇ ਹੋਏ ਪਿਆਰ ਸਹਿਤ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਸਾਹਿਬ ਜੀ ਇਸ ਪਾਵਨ ਸ਼ਬਦ ਦੇ ਅੰਦਰ ਸਮਝਾਉਂਦੇ ਹਨ। ਰਹਾਉ ਦੀ ਤੁਕ ਦੇ ਵਿੱਚ ਭਗਤ ਸਾਹਿਬ ਜੀ ਫਰਮਾਨ ਕਰਦੇ ਹਨ, ਧਾਗਾ ਟੂਟਾ ਗਗਨ ਬਿਨਸ ਗਿਆ तेरा बोलत कहाँ समाई। एहो संसा मोको अनदिन व्यापै मोको को ना कहे समझाई। भगत साहिब जी रहाओ दे तुक दे विच सानू समझाउंदे हन कि मेरे अंदर एक शंका सी, एक भरम सी। एहो संसा मोको अनदिन व्यापै मोको को ना कहे समझाई। जेड़ा मेरे अंदर दा सवाल सी, शंका सी, जेड़ा भरम सी, उहदा आंसर मैनू कोई दे नहीं रहा सी। मैनू वो गल किसी ने समझाई नहीं अज तक। गुरु चरना च आया तो मैनू समझ पई शंका की है। धागा टूटा गगन बिनस गया। धागा का अर्थ है मोह का धागा। धर्म की दुनिया विच बंदा जो कुछ भी करता है ਉਹਨੂੰ ਮੋਹ ਦੇ ਧਾਗੇ 'ਚ ਪਰੋ ਕੇ ਆਪਣੇ ਨਾਲ ਬੰਨੀ ਆਉਂਦਾ। ਮੈਂ ਕੀਤਾ ਹੈ, ਮੈਂ ਕਰ ਰਿਹਾ, ਮੇਰੇ ਕਰਕੇ ਹੋਇਆ, ਮੈਂ ਨਾ ਹੁੰਦਾ ਤੇ ਹੁੰਦਾ ਹੀ ਨਾ। ਜਿਵੇਂ ਜਿਵੇਂ ਮੋਹ ਦੇ ਧਾਗੇ ਵਿੱਚ, ਜਿਵੇਂ ਇੱਕ ਧਾਗਾ ਦੇ ਵਿੱਚ ਬਹੁਤ ਸਾਰੇ ਮੋਤੀ ਪਰੋਏ ਹੁੰਦੇ ਤੇ ਮਾਲਾ ਬਣ ਜਾਂਦੀ ਹੈ ਨਾ,
ਧਾਗਾ ਟੁੱਟ ਜਾਏ ਤੇ ਮਣਕਾ ਮਣਕਾ ਹੋ ਜਾਂਦਾ, ਮਾਲਾ ਖਿੱਲਰ ਜਾਂਦੀ। ਧਰਮ ਦੀ ਦੁਨੀਆ ਵਿੱਚ ਚੱਲ ਕੇ ਮੋਹ ਦੇ ਧਾਗੇ ਵਿੱਚ ਇਹਨੇ ਬੜੇ ਮੋਤੀ ਪਰੋਏ, ਸਤ ਸੰਗਤ ਕਰਨ ਦੇ, ਦਾਨ ਕਰਨ ਦੇ, ਵਿਦਵਤਾ ਦੇ, ਚੰਗੇ ਗੁਣ, ਸੇਵਾ, ਸਿਮਰਨ, ਤੀਰਥ ਯਾਤਰਾ, ਜੋ ਜੋ ਵੀ ਚੰਗੇ ਕਰਮ ਕੀਤੇ ਉਹਨਾਂ ਨੂੰ ਇੱਕ ਮੋਹ ਦੇ ਧਾਗੇ ਵਿੱਚ ਪਰੋ ਕੇ, ਉਹਦੀ ਹਉਮੈ ਵਿੱਚ, ਉਹਦੀ ਈਗੋ ਵਿੱਚ, ਉਹਦੇ ਭਰਮ ਜਾਲ 'ਚ ਫਸ ਕੇ ਆਪਣੇ ਹੀ ਪਾਏ ਹੋਏ ਭਰਮ ਭੁਲੇਖੇ 'ਚ ਉਲਝਿਆ ਹੋਇਆ ਹੈ। ਜਿਵੇਂ ਕੱਲ ਆਪਾਂ ਬੇਨਤੀ ਕੀਤੀ ਸੀ ਵੀ ਮੱਕੜੀ ਜਿਹੜੀ ਹੈ ਨਾ, ਉਹ ਆਪਣੇ ਬਣਾਏ ਹੋਏ ਜਾਲ ਦੇ ਵਿੱਚ ਫਸ ਜਾਂਦੀ ਹੈ ਤੇ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਬੰਦੇ ਨੇਵੇਂ ਦੁਨੀਆ ਵਿੱਚ ਆ ਕੇ ਮੋਹ ਦੇ ਧਾਗੇ ਬਣਾ ਕੇ ਤੇ ਉਹਦੇ ਵਿੱਚ ਆਪ ਹੀ ਫਸਿਆ ਹੋਇਆ ਹੈ, ਉਲਝਿਆ ਹੋਇਆ ਹੈ। ਨਿਕਲਣਾ ਬਹੁਤ ਔਖਾ ਹੋ ਗਿਆ, ਫਸਿਆ ਪਿਆ। ਹੁਣ ਇਹ ਪੁੱਛਦਾ ਹੈ, ਕਦੇ ਕਿਸੇ ਕੋਲੋਂ ਪੁੱਛਦਾ, ਕਦੇ ਕਿਸੇ ਕੋਲੋਂ ਪੁੱਛਦਾ, ਕਦੇ ਖੱਬੇ ਜਾਂਦਾ, ਕਦੇ ਸੱਜੇ ਜਾਂਦਾ, ਕਦੇ ਕਿਸੇ ਕੋ ਜਾਂਦਾ, ਕਦੇ ਕਿਸੇ ਕੋ, ਵੀ ਕੋਈ ਮੈਨੂੰ ਰਾਹ ਦੱਸੇ। ਅਗਿਆਨਤਾ ਦੇ ਭਰਮ ਭੁਲੇਖੇ 'ਚ ਫਸਿਆ, ਜਿਹਨੂੰ ਧੰਨ ਗੁਰੂ ਪਾਤਸ਼ਾਹ ਕਹਿੰਦੇ, ਹਉ ਭਾਲ ਵਿਖੁੰਨੀ ਹੋਈ, ਅੰਧੇਰਾ ਰਾਹ ਨਾ ਕੋਈ। ਭਰਮ 'ਚ ਪੈ ਗਿਆ, ਭੁਲੇਖੇ 'ਚ ਪੈ ਗਿਆ, ਅਗਿਆਨਤਾ ਦੇ ਹਨੇਰੇ ਵਿੱਚ ਹੈ। ਉਸ ਸੱਚ ਦੇ ਘਰ ਦਾ ਰਾਹ ਨਹੀਂ ਮਿਲਦਾ। ਕਦੇ ਖੱਬੇ ਜਾਂਦਾ ਹੈ ਤੇ ਕਦੇ ਸੱਜੇ ਜਾਂਦਾ ਹੈ। ਅੱਛਾ, ਇਹ ਪੁੱਛਦਾ ਵੀ ਉਹਨਾਂ ਨੂੰ ਹੈ ਜਿਹੜੇ ਖੁਦ ਭਰਮ 'ਚ ਪਏ ਹੋਏ ਨੇ, ਜਿਹੜੇ ਆਪ ਉਲਝੇ ਹੋਏ ਨੇ, ਪੁੱਛਦਾ ਵੀ ਉਹਨਾਂ 'ਚੋਂ। ਪੁੱਛਣ ਵਾਸਤੇ ਪਹਿਲੀ ਗੱਲ ਤਾਂ ਜਿਹਨੂੰ ਪੁੱਛਣਾ ਉਹਨੂੰ ਪਤਾ ਹੋਵੇ, ਫਿਰ ਪੁੱਛੇ ਤੇ ਅਗਲਾ ਰਸਤਾ ਦੱਸੇ। ਪੁੱਛਣ ਵਾਸਤੇ, ਦੱਸਣ ਵਾਸਤੇ ਦੋਨਾਂ ਦਾ ਲੈਵਲ ਇੱਕੋ ਜਿਹਾ ਚਾਹੀਦਾ। ਮਹਾਰਾਜ ਦਾ ਬਚਨ ਹੁੰਦਾ, ਜਾਨੋ ਬੋਲੇ ਆਪੇ ਸਮਝੇ ਆਪੇ ਸੂਝੇ। ਜਾਨੋ ਬੋਲੇ ਆਪੇ ਬੁਝੇ, ਆਪੇ ਸਮਝੇ ਆਪੇ ਸੂਝੇ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਅਕਾਲ ਪੁਰਖ ਦੇ ਪਿੱਛੋਂ ਰੱਬੀ ਗਿਆਨ ਹਾਸਲ ਕੀਤਾ, ਉਹਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਈ। ਆਪਾਂ ਬਚਨ ਪੜ੍ਹਦੇ ਨਾ, ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਓ ਬਣਾਈ, ਬਾਬਾ ਪੈਂਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ। ਗੁਰੂ ਨਾਨਕ ਦੀ ਬੁੱਧ ਦਾ ਲੈਵਲ ਬਹੁਤ ਉੱਚਾ ਹੈ, ਹੂ ਬਹੂ ਉਤਨਾ ਉੱਚਾ ਜਿੰਨਾ ਰੱਬ ਦਾ ਹੈ। ਰੱਬ ਦੇ ਕੋਲੋਂ ਗਿਆਨ ਲੈਣ ਵਾਸਤੇ ਗੁਰੂ ਨਾਨਕ ਨੂੰ ਕੋਈ ਮੁਸ਼ਕਿਲ ਨਹੀਂ ਆਈ, ਕੋਈ ਪ੍ਰੋਬਲਮ ਨਹੀਂ ਆਈ। ਮੁਸ਼ਕਿਲ ਕਦੋਂ ਆਈ? ਜਦੋਂ ਗੁਰੂ ਨਾਨਕ ਨੇ ਗਿਆਨ ਅੱਗੇ ਵੰਡਣਾ ਸੀ। ਹੁਣ ਜਿਹੜੇ ਲੋਕ ਗਿਆਨ ਲੈਣ ਵਾਲੇ ਨੇ, ਉਹਨਾਂ ਦੇ ਕੋਲ ਵੀ ਉਤਨਾ ਬੁੱਧੀ ਦਾ ਲੈਵਲ ਚਾਹੀਦਾ ਹੈ। ਮੈਂ ਭਾਈ ਗੁਰਦਾਸ ਸਾਹਿਬ ਜੀ ਦੀ ਵਾਰ ਦੀ ਪੌੜੀ ਵਿੱਚੋਂ ਇੱਕ ਉਦਾਹਰਣ ਦੇ ਕੇ ਤੇ ਅੱਗੇ ਸਮਝਾਂ। ਮੋਕੋ ਕੋ ਨਾ ਕਹੇ ਸਮਝਾਈ। ਕਬੀਰ ਸਾਹਿਬ ਕਹਿੰਦੇ, ਮੈਨੂੰ ਕੋਈ ਸਮਝਾ ਹੀ ਨਹੀਂ ਰਿਹਾ ਸੀ, ਮੇਰੇ ਸਵਾਲਾਂ ਦਾ ਜਵਾਬ ਹੀ ਨਹੀਂ ਮਿਲ ਰਿਹਾ ਸੀ। ਅਗਰ ਸਵਾਲ ਦਾ ਜਵਾਬ ਲੈਣਾ ਹੈ ਤੇ ਦੋਨਾਂ ਦਾ ਲੈਵਲ ਇੱਕ ਜੈਸਾ ਚਾਹੀਦਾ, ਜਿਹੜਾ ਗਿਆਨ ਦੇ ਰਿਹਾ ਤੇ ਜਿਹੜਾ ਲੈ ਰਿਹਾ। ਕਹਿੰਦੇ ਇੱਕ ਨਗਰ ਦੇ ਵਿੱਚ ਪੰਡਤ ਆ ਗਿਆ, ਉਹਨੇ ਐਲਾਨ ਕਰ ਦਿੱਤਾ ਵੀ ਮੇਰੇ ਨਾਲ ਜਿਹੜਾ ਮਰਜ਼ੀ ਆਏ ਤੇ ਚਰਚਾ ਕਰੇ। ਬੜੇ ਬੜੇ ਪੜ੍ਹੇ ਲਿਖੇ ਉਹਦੇ ਤੋਂ ਕੰਨ ਭੰਦੇ ਸੀ, ਪਾਸਾ ਵੱਟਦੇ ਸੀ, ਲੁਕੇ ਫਿਰਦੇ ਸੀ। ਇੱਕ ਵਾਰ ਕਹਿੰਦੇ ਉਹਨਾਂ ਸੋਚਿਆ ਵੀ ਆਪਾਂ ਤਮਾਸ਼ਾ ਤਾਂ ਵੇਖੀਏ। ਉਹਨਾਂ ਨੇ ਪਿੰਡ ਦਾ ਇੱਕ ਗਾਂਗੇ ਨਾਮ ਦਾ ਤੇਲੀ, ਉਹਨੂੰ ਸੱਦ ਲਿਆ। ਕਹਿਣ ਲੱਗੇ ਪਿਆ ਪੰਡਤ ਨਾਲ ਚਰਚਾ ਕਰਨੀ। ਕਹਿੰਦਾ ਕੋਈ ਗੱਲ ਨਹੀਂ, ਕਰ ਲਾਂਗੇ।
ਪੰਡਤ ਨੂੰ ਕਹਿਤਾ ਵੀ ਭਾਈ ਇਹ ਸਾਡੇ ਪਿੰਡ ਦਾ ਗਾਂਗਾ ਤੇਲੀ ਤੇਰੇ ਨਾਲ ਚਰਚਾ ਕਰੇਗਾ, ਤੇ ਸ਼ਰਤ ਇਹ ਰੱਖੀ ਵੀ ਬੋਲਣਾ ਦੋਵਾਂ ਨੇ ਨਹੀਂ, ਇਸ਼ਾਰਿਆਂ 'ਚ ਗੱਲ ਕਰਨੀ। ਹੋਇਆ ਕਿ ਭਾਈ ਗੁਰਦਾਸ ਸਾਹਿਬ ਕਹਿੰਦੇ ਗੋਸ਼ਟ ਗਾਂਗੇ ਤੇਲੀਏ ਪੰਡਤ ਨਾਲ ਹੋਵੇ ਜਗ ਦੇਖੈ, ਖੜੀ ਕਰੈ ਇੱਕ ਉਂਗਲੀ ਗੰਗਾ ਦੋਏ ਵਿਖਾਲੇ ਰੇਖੈ, ਫੇਰ ਉਚਾਏ ਪੰਚਾਂਗੁਲਾ ਗੰਗਾ ਮੁੱਠ ਹਿਲਾਏ ਲੇਖੈ, ਪੈਰੀ ਪੈ ਉੱਠ ਚੱਲਿਆ ਪੰਡਤ ਹਾਰ ਭੁਲਾਵੇ ਭੇਖੈ। ਕਹਿਣ ਲੱਗੇ ਜਦੋਂ ਪੰਡਤ ਤੇ ਤੇਲੀ ਸਾਹਮਣੇ ਬੈਠੇ, ਹੁਣ ਇਸ਼ਾਰਿਆਂ 'ਚ ਗੱਲ ਕਰਨੀ ਸੀ। ਪੰਡਤ ਨੇ ਇੱਕ ਉਂਗਲ ਖੜੀ ਕੀਤੀ ਤੇ ਪੰਡਤ ਦੇ ਕਹਿਣ ਦਾ ਮਤਲਬ ਸੀ ਕਿ ਰੱਬ ਇੱਕੋ ਹੀ ਆ, ਰੱਬ ਇੱਕੋ ਹੀ ਆ ਸਾਰੇ, ਹੋਰ ਕੋਈ ਦੂਜਾ ਰੱਬ ਨਹੀਂ। ਅੱਗੇ ਬੈਠਾ ਸੀ ਗੰਗਾ ਤੇਲੀ, ਉਹਦੀ ਬੁੱਧੀ ਦਾ ਲੈਵਲ ਹੋਰ ਸੀ। ਉਹਨੇ ਮਨ 'ਚ ਅਰਥ ਕੀਤੇ ਵੀ ਇਹ ਮੇਰੇ ਵੱਲ ਉਂਗਲ ਕਰਦਾ ਵੀ ਜੇ ਬੋਲਿਆ, ਜੇ ਕੋਈ ਗਲਤ ਜਵਾਬ ਦਿੱਤਾ ਤਾਂ ਤੇਰੀ ਅੱਖ ਕੱਢ ਦੂੰ ਇੱਕ ਮੈਂ। ਕਹਿੰਦਾ ਠੀਕ ਹੈ। ਹੁਣ ਗਾਂਗੇ ਤੇਲੀ ਨੇ ਅੱਗੋਂ ਦੋ ਉਂਗਲਾਂ ਖੜੀਆਂ ਕਰਤੀਆਂ। ਗਾਂਗੇ ਤੇਲੀ ਦਾ ਜਵਾਬ ਸੀ ਵੀ ਜੇ ਤੂੰ ਮੇਰੀ ਇੱਕ ਅੱਖ ਕੱਢੇਂਗਾ ਤਾਂ ਮੈਂ ਤੇਰੀਆਂ ਦੋਵੇਂ ਹੀ ਕੱਢ ਸਕਣਗੀ। ਪੰਡਤ ਨੇ ਦੋ ਉਂਗਲਾਂ ਦਾ ਜਵਾਬ ਇਹ ਸਮਝਿਆ ਵੀ ਇਹ ਕਹਿੰਦਾ ਵੀ ਰੱਬ ਹੈਗਾ ਭਾਵੇਂ ਇੱਕੋ ਹੀ ਆ, ਪਰ ਉਹਦੇ ਨਿਰਗੁਣ ਤੇ ਸਰਗੁਣ ਦੋ ਸਰੂਪ ਨੇ। ਰੱਬ ਭਾਵੇਂ ਇੱਕੋ ਹੀ ਆ, ਉਹਦੇ ਸਰਗੁਣ ਤੇ ਨਿਰਗੁਣ ਦੋ ਸਰੂਪ ਨੇ। ਬੁੱਧੀ ਦਾ ਲੈਵਲ ਆਪਣਾ ਆਪਣਾ, ਪੰਡਤ ਆਪਣੇ ਗਿਆਨ ਨਾਲ ਅਰਥ ਕਰਦਾ ਹੈ ਤੇ ਗੰਗੂ ਤੇਲੀ ਆਪਣੇ ਹਿਸਾਬ ਨਾਲ ਅਰਥ ਕਰਦਾ ਹੈ। ਦੋ ਉਂਗਲਾਂ ਵੇਖ ਕੇ ਪੰਡਤ ਨੇ ਅਰਥ ਕੀਤੇ ਤੇ ਪੰਡਤ ਨੇ ਪੰਜ ਉਂਗਲਾਂ ਖੜੀਆਂ ਕਰਤੀਆਂ। ਪੰਡਤ ਨੇ ਦੋ ਉਂਗਲਾਂ ਦਾ ਜਵਾਬ ਦਿੱਤਾ ਵੀ ਠੀਕ ਹੈ, ਰੱਬ ਸਰਗੁਣ ਤੇ ਨਿਰਗੁਣ ਦੋ ਸਰੂਪ ਇੱਕ ਹੈ। ਉਸ ਇੱਕ ਨੇ ਨਿਰਗੁਣ ਤੋਂ ਸਰਗੁਣ ਸਰੂਪ ਕਰਕੇ ਪੰਜਾਂ ਤੱਤਾਂ ਦੇ ਵਿੱਚ ਸਾਰੀ ਸ੍ਰਿਸ਼ਟੀ ਰਚੀ ਹੈ। ਗੰਗੂ ਤੇਲੀ ਦੀ ਵਾਰੀ ਸੀ। ਗੰਗੂ ਤੇਲੀ ਕਹਿਣ ਲੱਗਾ ਵੀ ਬੜਾ ਖਰਾਬ ਬੰਦਾ, ਪਹਿਲਾਂ ਇੱਕ ਉਂਗਲ ਚੁੱਕੀ, ਮੈਂ ਦੋ 'ਚ ਜਵਾਬ ਦਿੱਤਾ, ਹੁਣ ਮੈਨੂੰ ਇਹ ਲੱਫੜ ਵਿਖਾ ਰਿਹਾ ਵੀ ਮੈਂ ਤੇਰੇ ਚਪੇੜ ਮਾਰੂ ਮੂੰਹ ਤੇ। ਗਾਂਗਾ ਤੇਲੀ ਜਿਹੜਾ ਸੀ ਹੋਰ ਅੱਗੇ ਵੱਧ ਕੇ ਨਿਕਲਿਆ, ਕਹਿੰਦਾ ਵੀ ਠੀਕ ਹੈ, ਜੇ ਤੂੰ ਮੇਰੇ ਵੱਲ ਚਪੇੜ ਵੱਟੇਂਗਾ ਤਾਂ ਮੈਂ ਫਿਰ ਘਸੁੰਨ ਮਾਰੂ ਤੇਰੇ। ਉਹਨੇ ਮੁੱਠੀ ਬੰਦ ਕਰਕੇ ਵਿਖਾਤੀ ਅੱਗੋਂ। ਪੰਡਤ ਨੇ ਉਹਦੀ ਮੁੱਕੀ ਵੇਖ ਕੇ ਉਹਦੇ ਅਰਥ ਕੀਤੇ ਵੀ ਹਾਂ ਇਹ ਤੇ ਬਹੁਤ ਸਿਆਣਾ ਗੰਗੂ ਤੇਲੀ ਤੇ ਬੜਾ ਵਿਦਵਾਨ ਹੈ ਬਈ। ਗੰਗੂ ਤੇਲੀ ਦਾ ਜਵਾਬ ਇਹ ਹੈ ਵੀ ਠੀਕ ਹੈ, ਉਹ ਭਾਵੇਂ ਪਰਮਾਤਮਾ ਨੇ ਪੰਜਾਂ ਤੱਤਾਂ ਤੋਂ ਸ੍ਰਿਸ਼ਟੀ ਰਚੀ ਹੈ, ਪਰ ਉਹ ਪੰਜਾਂ ਤੱਤਾਂ ਤੋਂ ਹੋ ਕੇ ਫਿਰ ਹੈ ਇਕੱਠਾ ਹੀ, ਇੱਕ ਹੀ ਹੈ। ਕਹਿੰਦੇ ਵੀ ਜਿਹੜਾ ਪੰਡਤ ਸੀ ਨਾ, ਉਹਨੇ ਗੰਗੂ ਤੇਲੀ ਦੇ ਪੈਰਾਂ ਤੇ ਮੱਥਾ ਟੇਕਿਆ ਵੀ ਤੂੰ ਮੇਰਾ ਗੁਰੂ ਹੈ। ਪਰ ਉਹਨਾਂ ਦੀ ਕਮਿਊਨੀਕੇਸ਼ਨ ਜਿਹੜੀ ਸੀ ਉਹ ਵੱਖਰੀ ਸੀ। ਉਹ ਆਪਣੇ ਲੈਵਲ ਨਾਲ ਸਮਝਦਾ ਸੀ, ਉਹ ਆਪਣੇ ਲੈਵਲ ਨਾਲ ਗੱਲ ਕਰਦਾ ਸੀ। ਤੋ ਜਦੋਂ ਤੱਕ ਅਸੀਂ ਗੁਰੂ ਦੇ ਕੋਲੋਂ ਗਿਆਨ ਲੈਣਾ, ਸਾਡੀ ਬੁੱਧੀ ਦਾ ਲੈਵਲ ਉਹ ਨਹੀਂ ਆ, ਉਦੋਂ ਤੱਕ ਤੁਸੀਂ ਮੂਰਖ ਬੰਦੇ ਨੂੰ ਸਮਝਾ ਨਹੀਂ ਸਕਦੇ। ਤੇ ਜੇ ਤੁਹਾਡੇ ਕੋਲ ਲੈਵਲ ਉੱਚਾ ਹੈ ਤੇ ਤੁਸੀਂ ਸੋਚੋ ਵੀ ਮੈਂ ਕਿਸੇ ਮੂਰਖ ਕੋਲੋਂ ਜਾ ਕੇ PhD ਕਰ ਲਾਂ ਤੇ ਤੁਹਾਨੂੰ ਵੀ ਨਹੀਂ ਸਮਝਾ ਸਕਦਾ। ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਗਿਆਨ ਲਿਆ, ਲੈਣ 'ਚ ਕੋਈ ਪ੍ਰੋਬਲਮ ਨਹੀਂ ਆਈ, ਅੱਗੇ ਵੰਡਣ ਵਿੱਚ ਪ੍ਰੋਬਲਮ ਆਈ। ਜਦੋਂ ਗੁਰੂ ਨਾਨਕ ਗਿਆਨ ਕਰਾਉਣ ਗਿਆ ਤੇ ਗਿਆਨ ਲੈਣ ਵਾਲਿਆਂ ਦਾ ਬੁੱਧੀ ਦਾ ਲੈਵਲ ਉਹ ਨਹੀਂ ਸੀ, ਉਹ ਸਮਝ ਨਾ ਸਕੇ। ਜਿਵੇਂ ਆਪਾਂ ਦੇਖਦੇ ਨਾ ਵੀ ATM ਮਸ਼ੀਨ ਦੇ ਵਿੱਚ ਆਪਾਂ ਪੈਸੇ ਪਾਉਨੇ ਨਾ ਜਦੋਂ, ਤੇ ਜਿਹੜਾ ਨੋਟ ਨਕਲੀ ਹੁੰਦਾ ਹੈ ਉਹ ਬਾਹਰ ਕੱਢ ਦਿੰਦੀ, ਲੈਂਦੀ ਨਹੀਂ ਉਹਨੂੰ। ਇਹ ਜਿਹੜੀ ਗੁਰਬਾਣੀ ਹੈ ਨਾ, ਇਹ ਅਸਲ ਨੂੰ ਰੱਖਦੀ ਹੈ, ਨਕਲ ਨੂੰ ਨਹੀਂ ਰੱਖਦੀ। ਗੁਰਬਾਣੀ ਜਿਹੜੀ ਹੈ ਨਾ, ਇਹ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਰੋਟੀ ਮੇਰੀ ਕਾਠ ਕੀ। ਗੁਰਬਾਣੀ ਤਾਂ ਲੱਕੜ ਦੀ ਰੋਟੀ ਹੈ ਇੱਕ, ਭਾਵੇਂ ਦੇ ਹੋਰ ਵੀ ਅੰਤਰੀ ਵਰਤ ਨੇ। ਤੇ ਕਹਿਣ ਲੱਗੇ ਇੱਕ ਤਾਂ ਰੋਟੀ ਬੜੀ ਕਰੜੀ ਸੁੱਕੀ ਤੇ ਨਾਲ ਸਬਜ਼ੀ ਕੋਈ ਨਹੀਂ, ਖਾਣੀ ਕਿਵੇਂ? ਤੇ ਬਾਬਾ ਫਰੀਦ ਸਾਹਿਬ ਕਹਿੰਦੇ ਲਾਵਣ ਮੇਰੀ ਭੁੱਖ। ਕਹਿਣ ਲੱਗੇ ਮੈਂ ਭੁੱਖ ਦੀ ਸਬਜ਼ੀ ਬਣਾਈ ਹੈ। ਜਦੋਂ ਭੁੱਖ ਲੱਗੀ ਹੋਏ ਨਾ ਬੰਦੇ ਨੂੰ,
तो फिर रोटी जिद्दां दी होवे खाधी जाती। आ जिहड़ी गुरबाणी है ना साध संगत, ये भुखे मन वास्ते है, जिहड़े रजे हुए ना इधरों उधरों, उन्हां वास्ते गुरबाणी नहीं है। गुरबाणी जिन्हां दे मन नूं भुख लगी, ज्ञान चाहिए, उन्हां वास्ते गुरबाणी वो बैठ के समझते हैं। कबीर साहब कहते जिहड़े मेरे अंदर दी भुख सी, जिहड़ी प्यास सी, मैनूं अज तक किसी ने समझाई नहीं। लोग उलझे हुए सन। तो कबीर साहब की समझाते ने, तागा टूटा गगन बिनस गया। धागा केड़ा है? मोह का धागा। बंदा जो कुछ भी करता मोह के धागे च अपने नाल परोई जाता, मैं कीता मैं कीता, मैं इंज। आपां कल शब्द दे विच विचार सरवण कीते सन कि हम पंडित पंडित गुणी सूर हम दाते, एक कब है बड़ हम ही। हर कोई अपने आप को कहता मैं सूरमा, मैं विद्वान, मैं दानी, मैं योधा। हर कोई अपने आप को दूजे नूं नीवां दिखाउंदा है कि मैं चंगा। कबीर साहब कहते बस ये चंगियाई दे कम कर करके मोह दे धागे च हौमे दी माला परो के पा ली। कहते जदों मैं इस भरम च फस गया, ये शंके दी कितों निवृत्ति ना होए, बड़ी परेशानी। ये संसा मोको अंदन व्यापे, मैं दिन रात इस सवाल दे घेरे च उलझा रहिंदा सी। मोको को ना कह समझाई, बड़िया को गया। भट्टां दा बचन आपां पढ़दे ना, रहे संत हों टोल साध बहु तेरे डिठे, सन्यासी तपस्सी मुखों पंडित मिठे, बरसे को फिरो किनो नो परचो लायो, कह तो कहती सुनी रहत को खुशी ना आयो। भट्ट साहबान कहते बड़िया को गए, बड़े तीर्थां ते गए, सन्यासियां को गए, वैरागियां को गए, डेरियां ते गए, साधां को गए, बाबियां को गए, पीरां को गए, फकीरां को गए, किसे कोलों साडे अंदर दे सवाल दा जवाब मिलिया ही नहीं। सवाल जिउंदा जिउं, और जदों तक सवाल दा सही जवाब ना मिले, सवाल अपनी जगह ते खड़ा रहिंदा है। मैनूं कोई नहीं मिलिया समझाउण वाला। तो भगत साहब कहते जदों मैं गुरु चरनां च जुड़िया, जहाँ कछ आहा तहाँ किछ नाही, जै जिथे कहन लगे जो प्रभु चरनां विच लगी हुई लिव मेरे मन विच पहला ममता सी, हुण वो लिव बरकत नाल उस विचों ममता मुक गई। कहन लगे हुण प्रभु दे नाल जुड़िया, जह किछ आहा तहाँ किछ नाही, जो किछ मेरे मन विच मोह ममता विच सी, तहाँ किछ नाही, प्रभु दे ज्ञान विच पहुँच के सब कुछ खत्म हो गया। हुण किसी चीज़ का मोह नहीं, हुण कोई ईगो नहीं, कोई अभिमान नहीं, कोई हंकार नहीं, कोई ईर्खा नहीं। जह कछ आहा तहाँ किछ नाही, पंच तत्त तह नाही। पंजां तत्तां तो बनया होया शरीर, बंदा इसे दे मोह ममता जाल विच फसिया। कहन लगे पंजां तत्तां तो बनया शरीर भी उत्थे नहीं जाता, ये सब इत्थे कुछ ही है। गुरु ने कृपा की, ईड़ा पिंगला सुखमन बंदे ए अवगन कत जाही। जिहड़े जोगी ने प्राणायाम करते ने, पंजां तत्तां तो बनया शरीर, ये सब कुछ करके भी वो मोह विच फसे ने। ईड़ा खब्बी नक दी सुर, पिंगला सज्जी सुर, ते सुखमन वो जदों आपां देखदे ना कई बारी वो कपाल भाती किद्दां वो साह चढ़ाउंदे छड्डदे, इधरों खिच्चदे इधर छड्डदे। इनू गुरु महाराज ने बचन कीता सी, आंट सेती नाक पकड़ै। एक पासे नू नक नू नास नू बंद कर देना, दूजी थणी साह छड्डना, फिर उन्होंने बंद करना, दूजी थणी खिंचना, ते श्वास नू खिंच के
ਇੱਥੇ ਅੱਖਾਂ ਦੇ ਵਿੱਚ ਭਰਵੱਟਿਆਂ ਦੇ ਸਾਂਝੀ ਜਗ੍ਹਾ ਇੱਥੇ ਲਿਆ ਕੇ ਰੋਕਣਾ, ਇਹਨੂੰ ਕਹਿੰਦੇ ਸੁਖਮਨ। ਉਹ ਜਿੰਨੀ ਕੁ ਦੇਰ ਇੱਥੇ ਸਾਹ ਰੋਕਦੇ ਉਹਨੂੰ ਕਹਿੰਦੇ ਨੇ ਭਗਤੀ। ਜਿਹੜੀ ਰਿਲੀਫ ਮਿਲਦੀ ਇੱਥੇ, ਜਿਹੜਾ ਚੈਨ ਮਿਲਦਾ ਉਹਨੂੰ ਕਹਿੰਦੇ ਭਗਤੀ, ਆਨੰਦ। ਇਸ ਤਰ੍ਹਾਂ ਕਰਦੇ ਹੋ, ਧੁਨੀਆਂ ਸੁਣਦੇ ਨੇ। ਮੈਂ ਬੇਨਤੀ ਕਰਾਂ, ਗੁਰੂ ਘਰ ਦੇ ਵਿੱਚ ਕੇਵਲ ਧੁਨ ਪ੍ਰਵਾਨ ਨਹੀਂ। ਜੋਗੀਆਂ ਨੇ ਧੁਨੀ ਸੁਣੀ, ਕੋਈ ਕਹਿੰਦਾ ਇੱਥੇ ਧੁਨੀ ਸੁਣਦੀ, ਕੋਈ ਕਹਿੰਦਾ ਇੱਥੇ ਧੁਨੀ ਸੁਣਦੀ। ਮਾਫ ਕਰਨਾ, ਸਰੀਰ ਦੇ ਵਿੱਚ, ਬੋਡੀ ਦੇ ਵਿੱਚ ਖੂਨ ਸਰਕਲ ਕਰਦਾ। ਤੁਸੀਂ ਕੰਨਾਂ 'ਚ ਉਂਗਲੀਆਂ ਦਿਓ, ਤੁਹਾਨੂੰ ਸ਼ਾਂ 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 ਦੀ ਆਵਾਜ਼ ਆਏਗੀ। ਉਹ ਖੂਨ ਦੇ ਸਰਕਲ ਦੀ ਆਵਾਜ਼ ਹੈ। ਤੁਸੀਂ ਬੰਦ ਕਮਰੇ 'ਚ ਕਿਤੇ ਬੈਠੋ, ਤੁਹਾਨੂੰ ਆਪਣੇ ਧੜਕਣ ਦੀ ਧੜਕ 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 ਆਵਾਜ਼ ਆਏਗੀ। ਚੱਲਦੀ ਹੋਈ ਹਾਰਟ ਬੀਟ ਦੀ ਆਵਾਜ਼ ਆਏਗੀ। ਇਹ ਧੁਨੀਆਂ ਜੋਗੀਆਂ ਨੇ ਸੁਣੀਆਂ, ਉਹਨੂੰ ਭਗਤੀ ਸਮਝ ਬੈਠੇ। ਗੁਰੂ ਘਰ ਦੇ ਵਿੱਚ ਧੁਨੀ ਪ੍ਰਵਾਨ ਨਹੀਂ ਹੈ, ਸ਼ਬਦ ਪ੍ਰਵਾਨ ਹੈ। ਮਹਾਰਾਜ ਨੇ ਬਚਨ ਕੀਤਾ, ਇਹ ਸਾਚਾ ਸੋਹਿਲਾ। ਇਹ ਸਾਚਾ ਸੋਹਿਲਾ ਧੁਨੀ ਕਰਕੇ ਸਾਚਾ ਨਹੀਂ ਹੈ, ਸ਼ਬਦੋ ਸੁਹਾਵਾ ਕਰਕੇ ਹੈ। ਸ਼ਬਦ ਪ੍ਰਵਾਨ ਹੈ, ਸ਼ਬਦ ਪ੍ਰਧਾਨ ਗੁਰਬਾਣੀ ਹੈ। ਧੁਨੀ ਰਾਗ ਪ੍ਰਧਾਨ ਬਾਣੀ ਨਹੀਂ ਹੈ। ਇਹ ਗੱਲ ਵੱਖਰੀ ਹੈ ਕਿ ਰਾਗ ਤਰਤੀਬ ਬੱਧ ਗਾਉਣ ਦੀ ਤਕੀਦ ਹੈ, ਪਰ ਸ਼ਬਦ ਪ੍ਰਧਾਨ ਗੁਰਬਾਣੀ ਹੈ। ਕਹਿਣ ਲੱਗੇ, ਸਾਹ ਨੂੰ ਚੜਾਉਣਾ, ਰੋਕਣਾ, ਈੜਾ ਪਿੰਗਲਾ ਸੁਖਮਨਾ, ਇਹ ਬੰਦੇ ਇਹ ਅਵਗਨਕਤ ਜਾਹੀ। ਕਹਿਣ ਲੱਗੇ ਭਲੇਖੇ ਵਿੱਚ ਨੇ, ਉੱਥੇ ਦੇ ਉੱਥੇ ਹੀ ਖੜੇ ਨੇ। ਯਾਤਰਾ 'ਚ ਕੋਈ ਤਬਦੀਲੀ ਨਹੀਂ, ਪਹੁੰਚ ਕੋਈ ਨਹੀਂ, ਮੰਜ਼ਿਲ ਕੋਈ ਨਹੀਂ। ਕਬੀਰ ਸਾਹਿਬ ਕਹਿੰਦੇ, ਇਸ ਵਹਿਮ ਭਰਮ ਦੇ ਵਿੱਚ ਫਸਿਆ ਸਾ, ਕਿਸੇ ਨੇ ਸਮਝਾਇਆ ਹੀ ਨਹੀਂ। ਸਮਝਣਾ ਕਿੱਥੋਂ ਹੈ? ਕਹਿਣ ਲੱਗੇ, ਜਿਆਨੋ ਬੋਲੇ ਆਪੇ ਬੂਝੇ, ਆਪੇ ਸਮਝੇ ਆਪੇ ਸੂਝੇ। ਤੈਨੂੰ ਕਿਸੇ ਨੇ ਬਾਹਰੋਂ ਨਹੀਂ ਆ ਕੇ ਸਮਝਾਉਣਾ। ਜਿਆਨੋ ਦਾ ਅਰਥ ਹੁੰਦਾ ਗਿਆਨਵਾਨ। ਅੰਦਰੋਂ ਹੀ ਗਿਆਨ ਹੋਣਾ, ਅੰਦਰੋਂ ਹੀ ਬੋਲਣਾ, ਅੰਦਰੋਂ ਹੀ ਸਮਝਣਾ। ਤੇ ਸੂਝੇ ਦਾ ਅਰਥ ਹੈ ਵਿਗੜੀ ਹੋਈ ਤਾਣੀ ਨੂੰ ਆਪੇ ਹੀ ਸੁਲਝਾਉਣਾ ਹੈ। ਜਿਹੜਾ ਗਿਆਨਵਾਨ ਹੁੰਦਾ ਨਾ, ਸਿਆਣਾ ਬੰਦਾ, ਉਹ ਪਰੇ ਪੰਚਾਇਤਾਂ 'ਚ ਨਹੀਂ ਜਾਂਦਾ, ਉਹ ਬਾਬਰ ਕਿਆਂ ਦੇ ਨਹੀਂ ਜਾਂਦਾ। ਉਹ ਗੁਰੂ ਚਰਨਾਂ 'ਚ ਬੈਠ ਕੇ ਹਰ ਗੱਲ ਦਾ ਸਲੂਸ਼ਨ ਆਪੇ ਹੀ ਕੱਢਦਾ ਹੈ, ਆਪੇ ਹੀ ਸੁਲਝਾਉਂਦਾ ਹੈ ਮਸਲਾ। ਕੁਛ ਆਪ ਨਿਭ ਜਾਂਦਾ ਹੈ, ਕੁਛ ਹੱਥ ਜੋੜ ਕੇ ਦੂਜੇ ਨੂੰ ਆ ਲੈਂਦਾ ਹੈ। ਉਹਨੂੰ ਲੋੜ ਨਹੀਂ ਪੈਂਦੀ ਕਿਤੇ ਜਾਣ ਦੀ। ਭਗਤ ਸਾਹਿਬ ਕਹਿੰਦੇ, ਇਹ ਗਿਆਨ ਅੰਦਰੋਂ ਹੀ ਹੋਣਾ ਹੈ, ਆਪ ਹੀ ਸਮਝਣਾ ਹੈ, ਆਪ ਹੀ ਅੰਦਰੋਂ ਹੀ ਬੋਲਣਾ ਹੈ, ਬਾਹਰੋਂ ਕਿਤੋਂ ਨਹੀਂ ਆਉਣਾ। ਹੋਏਗਾ ਜਦੋਂ ਸ਼ਬਦ ਨਾਲ ਜੁੜੇਗਾ। ਕਹਿੰਦੇ ਜਦੋਂ ਸ਼ਬਦ ਨਾਲ ਜੁੜਿਆ ਨਾ, ਤਾਗਾ ਟੂਟਾ ਗਗਨ ਬਿਨਸ ਗਿਆ। ਕਹਿੰਦੇ ਹੁਣ ਜਿਹੜਾ ਮੋਹ ਦਾ ਧਾਗਾ ਸੀ ਨਾ, ਮੋਹ ਦੀ ਤਾਰ ਜਿਹੜੀ ਸੀ ਉਹ ਟੁੱਟ ਗਈ। ਗਗਨ ਜਿਹੜਾ ਮੋਹ ਦਾ ਪਸਾਰਾ ਸੰਸਾਰ ਸਿਰਜਿਆ ਹੋਇਆ ਸੀ, ਇੱਕ ਦੁਨੀਆ ਸਿਰਜੀ, ਹਰ ਬੰਦੇ ਦੀ ਆਪਣੀ ਆਪਣੀ ਦੁਨੀਆ, ਕਣਗੇ ਸਭ ਖਤਮ ਹੋ ਗਈ। ਤੇਰਾ ਬੋਲਤ ਕਹਾਂ ਸਮਾਈ। ਜਿਹੜਾ ਮੇਰ ਤੇਰੇ 'ਚ ਫਸਿਆ ਸੀ, ਮੈਂ ਮੇਰੇ 'ਚ ਸੀ, ਤੂੰ ਤੇਰੇ 'ਚ ਸੀ, ਕਹਿਣ ਲੱਗੇ ਉਹ ਸਭ ਕਿੱਥੇ ਚਲਾ ਗਿਆ। ਹੁਣ ਤੇ ਤੂੰ ਹੀ ਤੂੰ ਰਹਿ ਗਿਆ, ਮੈਂ ਖਤਮ ਹੋ ਗਈ, ਮੈਂ ਰਿਹਾ ਹੀ ਨਹੀਂ। ਹੁਣ ਆ ਮੈਨੂੰ ਸ਼ੰਕਾ ਸੀ, ਆ ਮੇਰੇ ਅੰਦਰ ਬਹੁਤ ਵੱਡੀ ਪਰੇਸ਼ਾਨੀ ਸੀ। ਕਹਿਣ ਲੱਗੇ ਹੁਣ ਮੈਂ ਬੜਾ ਹੈਰਾਨ ਆ ਵੀ ਹੁਣ ਸਭ ਕੁਝ ਹੀ ਸ਼ੰਕੇ ਨਿਵਰਤ ਹੋ ਗਏ, ਕੋਈ ਸਵਾਲ ਰਿਹਾ ਹੀ ਨਹੀਂ। ਰਹਾਓ, ਜਹ ਬਰ ਭੰਡ ਪਿੰਡ ਤਹ ਨਾਹੀ, ਰਚਨਹਾਰ ਤਹ ਨਾਹੀ। ਜੈਵਰ ਭੰਡ ਪੰਜਾਂ ਤੱਤਾਂ ਤੋਂ ਬਣਿਆ ਪਿੰਡ ਸਰੀਰ ਆ, ਕੁਝ ਵੀ ਨਹੀਂ। ਹੁਣ ਇਹਦੀ ਪਕੜ ਖਤਮ ਹੋ ਗਈ। ਜਿਹੜਾ ਮਨ ਇਹਦੇ ਵਿੱਚ ਮਾਇਆ ਵੀ ਸੰਸਾਰ ਦੀ ਦੁਨੀਆ ਰਚ ਕੇ ਬੈਠਾ ਸੀ, ਉਹ ਵੀ ਖਤਮ ਹੋ ਗਿਆ। ਜੋੜਨ ਹਾਰੋ ਸਦਾ ਤੀਤਾ, ਇਹ ਕਹੀਐ ਕਿਸ ਮਾਹੀ। ਜਿਹੜਾ ਅਕਾਲ ਪੁਰਖ ਪਰਮਾਤਮਾ, ਜੋੜਨ ਹਾਰ ਪਰਮਾਤਮਾ, ਸਾਰਿਆਂ ਨੂੰ ਜੋੜਨ ਵਾਲਾ, ਕਹਿਣ ਲੱਗੇ ਉਹ ਪਰਮਾਤਮਾ ਜਿਹੜਾ ਰਚਨਹਾਰ ਪਰਮਾਤਮਾ, ਸਾਰਾ ਦੁਨੀਆ ਦਾ ਮੋਹ ਛੱਡ ਕੇ
देह शरीर के इतिहास नूं छड्ड के रचनहार बनाउण वाला, मोह का ताना बाणा बनने वाला जिहड़ा मन सी ना अतीता, ये माया के मोह तो निर्लेप हो गया। यह कहिए किस माही, कह लगे हुण ये किसनों कहिए, हुण मन तो मर गया, मन तो खत्म हो गया। जोड़ी जुड़े न तोड़ी टूटे, जब लग हुए बिनासी। जदों तक नासवंद शरीर एक रूप शरीर नाल प्यार करने वाला ये मोह माया ममता विच फसिया सी ना, उदों तक जोड़दियां होया भी नहीं सी जुड़दा, ते जिहड़ी माया सी तोड़दियां भी मोह नहीं सी टुट रही, नहीं सी खड़ा छड्ड रही, क्योंकि उहदे विच फसिया उलझिया होया सी। काको ठाकुर काको सेवक को काहू को जासी। कहने लगे जदों मोह का धागा ही टुट गया, उस परमात्मा दे नाल जुड़ गए, कहने लगे हुण कौन मालिक ते कौन सेवक, कित्थों आउणा ते कित्थे जाना, एक दा ही रूप हो गया। कहो कबीर लिव लाग रही है, जहां बसे दिन राती। कहते हुण तां मेरी लिव छुड़की लगी तृष्णा, जदों लिव टुटी माया ने अपना असर पाता, कनैक्टिविटी टुट गई, पिक्चर खत्म हो गई। हुण परमात्मा दे नाल कम्युनिकेशन जुड़ गई, कनैक्टिविटी हो गई, जुड़ गया। कहन लगे हुण लिव दे नाल जुड़ी है, दिन रात ओदे ही प्रेमा भगती विच जुड़िया होया। उआ का मरम ओही पर जान ले, उस मालक दे घर दी तुमरी गत मित तुम ही जानी, ओही जानदा है। ओह तो सदा बिनासी, ओ परमात्मा सदैव काल नास तो रहत है, अविनाशी जीवन को दाता। परमात्मा नास तो रहत है, सिमरत सामल कोई, ओनू सिमरदियां बंदगी करदियां मन की ईगो हौमै विकारां की मैल खत्म हुंदी। ये अखरी अर्थ शब्द दे कीते हैं। अज ब्रह्म ज्ञानी बाबा बुढ़ा साहब जी का जन्म दिन है। एक बार आखो जी सतनाम श्री। बाबा बुढ़ा साहब जी का आगमन 1506 कत्थू नंगल पिता सुग्गा रंधावा दे घर होया। बाबा बुढ़ा साहब जी दे माता पिता बचपन तो गुरु नाल पहला माता पिता नहीं जुड़े हुए। ध्यान देना साध संगत, कई बार जो माँ बाप करते ने बच्चे कॉपी करते ने, बच्चे सिखाया नहीं सीखते, जो माँ बाप करते वेख के बच्चे कॉपी करते हैं। माँ बाप गुरु चरणों नाल जुड़े ने, बच्चे भी जुड़ जाएंगे। पर इत्थे उल्टा होया, बाबा बुढ़ा जी दे माँ बाप गुरु चरणों च नहीं आए हो, सिख नहीं आ, ते बाबा बुढ़ा पहला गुरु चरणों च आया होया सिख है। बाबा बुढ़ा जी दे बचपन विच एक घटना वापरी। पुराने समय च लोगों ने मज्जियां गाइयां ज़्यादा रखियां होंदियां सन। मान लो जमीन जायदाद ये होंदी सी भी जां धरती बहुती जां गऊआं बहुतियां, हाथी रखे होने, मज्झां रखियां होणियां। भाई सुग्गे रंधावे दे घर भी मज्झां गावां, और ये भाई सुग्गा रंधावा सूरबीर योधियां दे घराणे चों है। जिहड़ा रंधावा शब्द है इहदा पहला जिहड़ा रूप है वह है रणधावा। मैदान विच सूरबीर जूझण वाले, रणधावा रण च धा के पैण वाले, ਉਹਦਾ बदलिया होया शब्द रणधावे तो रंधावा। हुण इन्नियां मੱਝਾਂ गावां नूं पट्ठे कल्ले कल्ले नूं वढ के कौन पावे, इन्नी मेहनत। उन्हां समयां 'च कुछ जमीन का हिस्सा रख लिया जांदा सी पशु चारन लई। सरकारां ने गौशाला के नां ते छड्ड देना बंजर जमीन, उत्थे पशु चारने। बाबा बुढ़ा जी बचपन तो पाली ने, मੱਝਾਂ गाइयां चारन जांदे ने। एक बार खेतां 'च मੱਝਾਂ चार रहे, एक जिमींदार की फसल है, हाकम अपनियां घोड़ियां लैके आया,
ਧੱਕੋ ਜੋਰੀ ਫਸਲ ਉਜਾੜ ਦਿੱਤੀ ਤੇ ਬਚੀ ਵੱਢ ਕੇ ਲੈ ਗਿਆ। ਬਾਬਾ ਬੁੱਢਾ ਸਾਹਿਬ ਦੇਖ ਰਹੇ ਨੇ ਵੀ ਗਰੀਬ ਜ਼ਿਮੀਂਦਾਰ ਉਹਨੂੰ ਡੱਕਦਾ ਹੈ, ਤਰਲੇ ਪਾਉਂਦਾ ਹੈ ਵੀ ਮੇਰੀ ਖੇਤੀ ਸਭ ਕੁਛ ਹੈ, ਹੋਰ 10 ਦਿਨਾਂ ਨੂੰ ਪੱਕ ਜਾਣੀ ਫਸਲ, ਤੂੰ ਸਤਿਆਨਾਸ਼ ਕਰਤੀ, ਪਰ ਹਾਕਮ ਨਹੀਂ ਮੰਨਿਆ। ਬਾਬਾ ਬੁੱਢਾ ਸਾਹਿਬ ਮਨ 'ਚ ਬੜੇ ਖਿਆਲ, ਔਰ ਜਿਹੜੀਆਂ ਗੱਲਾਂ ਬਚਪਨ ਵਿੱਚ ਘਟ ਜਾਣ ਉਹ ਸਾਰੀ ਜ਼ਿੰਦਗੀ ਨਹੀਂ ਭੁੱਲਦੀਆਂ। ਜਵਾਨੀ ਦੀਆਂ ਗੱਲਾਂ ਝੱਟ, ਅੱਜ ਦੀ ਗੱਲ ਕੱਲ ਭੁੱਲ ਜਾਏਗੀ, ਪਰ ਜਿਹੜੀਆਂ ਬਚਪਨ ਵਿੱਚ ਵਾਪਰੀਆਂ ਘਟਨਾਵਾਂ ਅੱਜ ਵੀ ਚੇਤੇ ਨੇ। ਬਾਬਾ ਬੁੱਢਾ ਜੀ ਨੂੰ ਇਹ ਘਟਨਾ ਭੁੱਲ ਨਹੀਂ ਰਹੀ। ਇਹ ਫਸਲ ਦਾ ਕੀ ਕਸੂਰ ਹੈ, 10 ਦਿਨ ਬਾਅਦ ਪੱਕ ਜਾਣੀ ਸੀ, ਕੱਚੀ ਕਿਉਂ ਵੱਢੀ? ਪ੍ਰੋਫੈਸਰ ਨਰਿੰਦਰ ਸਿੰਘ ਕਪੂਰ ਲਿਖਦੇ ਨੇ ਕਿ ਜਿਹੜੀ ਦਰਬਾਰ ਸਾਹਿਬ ਵਾਲੀ ਧਰਤੀ ਨਾ ਅੰਮ੍ਰਿਤਸਰ ਸਾਹਿਬ, ਇਹਦੇ ਲਾਗੇ ਬੰਨੇ ਬਾਬਾ ਬੁੱਢਾ ਸਾਹਿਬ ਮੱਝੀਆਂ ਚਾਰਦਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਜਦੋਂ ਇਸ ਧਰਤੀ ਤੇ ਆਏ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਮਿਲੇ, ਇਹ 1518 ਦੀ ਘਟਨਾ ਹੈ। ਉਸ ਵੇਲੇ ਬਾਬਾ ਬੁੱਢਾ ਸਾਹਿਬ ਦੀ ਉਮਰ ਹੈ 12 ਸਾਲ। 1516 ਚ ਜਨਮ ਹੈ ਤੇ 1518 ਚ ਮਿਲਾਪ ਹੈ 12 ਸਾਲ। ਬਾਬਾ ਬੁੱਢਾ ਸਾਹਿਬ ਇਹੀ ਗੱਲ ਕਰਦੇ ਨੇ ਗੁਰੂ ਨਾਨਕ ਸਾਹਿਬ ਦੇ ਨਾਲ, ਤੇ ਮਨ 'ਚ ਖਿਆਲ ਹੈ ਜ਼ਿੰਦਗੀ ਦਾ ਕੀ ਪਤਾ, ਤੇ ਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ ਨੇ, ਬਾਬਾ ਜੀ ਗੁਰੂ ਕੇ ਬਚਿਆ ਜੈਸੇ ਕਿਰਸਾਨ ਬੋਵੇ ਕਿਰਸਾਨੀ, ਕਾਚੀ ਪਾਕੀ ਬਾੜ ਪਰਾਨੀ। ਬਾਬਾ ਬੁੱਢਾ ਜੀ ਨੇ, ਭਾਈ ਬੂੜਾ ਜੀ ਨੇ ਗੁਰੂ ਨਾਨਕ ਨਾਲ ਜੋ ਸਵਾਲ ਜਵਾਬ ਕੀਤੇ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਪੁੱਛਦੇ ਨੇ, ਕਾਕਾ ਤੇਰਾ ਨਾਂ ਕੀ ਆ? ਕਹਿੰਦੇ ਮਹਾਰਾਜ ਮੇਰਾ ਨਾਮ ਭਾਈ ਬੂੜਾ। ਕਹਿਣ ਲੱਗੇ ਨਾ ਤੇਰਾ ਭਾਈ ਬੂੜਾ, ਉਮਰ ਤੇਰੀ ਬੱਚਿਆਂ ਵਾਲੀ, ਗੱਲ ਤੂੰ ਬੁੱਢਿਆਂ ਵਾਲੀ ਕੀਤੀ ਹੈ, ਤੇਰਾ ਨਾਂ ਹੋਣਾ ਚਾਹੀਦਾ ਬਾਬਾ ਬੁੱਢਾ। ਹੁਣ ਤੁਸੀਂ ਦੇਖੋ ਵੀ ਬਾਬਾ ਸ਼ਬਦ ਤੇ ਬੁੱਢਾ ਸ਼ਬਦ, ਦੋ ਸ਼ਬਦ ਇਕੱਠੇ ਜੋੜ ਦਿੱਤੇ। ਹੁਣ ਇਹ ਕਿਉਂ ਆਖਿਆ? ਕਹਿਣ ਲੱਗੇ ਦੇਖੋ ਪਹਿਲਾਂ ਬਚਪਨ ਹੈ, ਫਿਰ ਜਵਾਨੀ, ਜਵਾਨੀ ਤੋਂ ਅਗਲਾ ਪੜਾ ਬੁਢੇਪਾ, ਤੇ ਬੁਢੇਪੇ ਦਾ ਅਗਲਾ ਪਾਸਾ ਮੌਤ ਹੈ। ਕਾਕਾ ਤੂੰ ਜਵਾਨੀ ਛੱਡ ਕੇ ਸਿੱਧਾ ਹੀ ਬੁਢੇਪੇ, ਤੇ ਬੁਢੇਪੇ ਦੇ ਨਾਲ ਹੀ ਅੱਗੇ ਮੌਤ ਹੈ। ਤੇਰਾ ਨਾਂ ਹੋਣਾ ਚਾਹੀਦਾ ਬਾਬਾ ਬੁੱਢਾ। ਗੁਰੂ ਨਾਨਕ ਤੋਂ ਸ਼ਬਦ ਸੁਣ ਕੇ ਬਾਬਾ ਬੁੱਢਾ ਸ਼ਬਦ ਨਾਲ ਜੁੜ ਗਏ, ਨਾਲ ਹੀ ਵਿਚਰਨ ਲੱਗ ਗਏ, ਨਾਲ ਹੀ ਰਹਿਣ ਲੱਗ ਪਏ। ਸ਼ਬਦ ਦੀ ਕਮਾਈ ਚਲਦਿਆਂ ਚਲਦਿਆਂ ਇੱਕ ਦਿਨ ਸਮਾਂ ਆਇਆ ਕਿ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰਤਾ ਗੱਦੀ ਭਾਈ ਲਹਿਣੇ ਨੂੰ ਗੁਰੂ ਅੰਗਦ ਸਾਹਿਬ ਨੂੰ ਦੇਤੀ। ਬਾਬਾ ਬੁੱਢਾ ਸਾਹਿਬ ਜੀ ਇਸ ਵੇਲੇ ਤੱਕ ਇੰਨੇ ਕੁ ਸਵਾਰੇ ਗਏ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਬਾਬਾ ਬੁੱਢਾ ਜੀ ਤੁਸੀਂ ਅਰਦਾਸ ਕਰੋ ਤੇ ਗੁਰਤਾ ਗੱਦੀ ਦੀ ਰਸਮ ਨਿਭਾਓ। ਗੁਰੂ ਅੰਗਦ ਸਾਹਿਬ ਨੂੰ ਗੁਰਤਾ ਗੱਦੀ ਦੀ ਰਸਮ ਬਾਬਾ ਬੁੱਢਾ ਜੀ ਨਿਭਾਉਂਦੇ ਨੇ। ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ ਰੌਲਾ ਪਾਉਂਦੇ ਨੇ, ਗੁਰਤਾ ਗੱਦੀ ਸਾਨੂੰ ਚਾਹੀਦੀ, ਅਸੀਂ ਮਾਲਕ ਹਾਂ। ਗੁਰੂ ਨਾਨਕ ਸਾਹਿਬ ਧੰਨ ਗੁਰੂ ਅੰਗਦ ਸਾਹਿਬ ਨੂੰ ਕਹਿੰਦੇ ਨੇ ਤੁਸੀਂ ਹੁਣ ਖੰਡੂਰ ਸਾਹਿਬ ਚਲੇ ਜਾਓ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਕਰਤਾਰਪੁਰ ਸਾਹਿਬ ਤੋਂ ਤੁਰੇ ਤੇ ਖੰਡੂਰ ਸਾਹਿਬ ਪਹੁੰਚੇ ਨਹੀਂ। ਕਈ ਦਿਨ ਲੰਘ ਗਏ, ਸੰਗਤਾਂ ਆਉਂਦੀਆਂ ਨੇ, ਗੁਰੂ ਸਾਹਿਬ ਹੈ ਹੀ ਨਹੀਂ। ਗੁਰੂ ਅੰਗਦ ਸਾਹਿਬ ਕਰਤਾਰਪੁਰ ਸਾਹਿਬ ਤੋਂ ਚੱਲਦੇ ਹੋਏ ਰਸਤੇ ਵਿੱਚ ਇਹਨਾਂ ਦੀ ਭੂਆ ਦਾ ਘਰ ਸੀ, ਬੀਬੀ ਭਿਰਾਈ ਦਾ, ਉਹਦੇ ਘਰ ਆ ਕੇ ਟਿਕ ਗਏ ਵੀ ਗੁਰਤਾ ਗੱਦੀ ਤਾਂ ਕੋਲ ਹੀ ਹੈ, ਕਿਹੜਾ ਛਿਪਣ ਵਾਲੀ ਗੱਲ ਹੈ, 2 4 10 ਦਿਨ ਸਮਾਂ ਲੰਘ ਜਾਏ, ਮਾਹੌਲ ਠੰਡਾ ਹੋ ਜਾਏ, ਫਿਰ ਚਲੇ ਜਾਵਾਂਗੇ। ਆ ਕੇ ਇਕਾਂਤਵਾਸ ਹੋ ਕੇ ਬਾਬਾ ਬੁੱਢਾ ਜੀ ਬਹਿ ਗਏ ਤੇ ਭੂਆ ਨੂੰ ਆਖਿਆ ਵੀ ਕੋਈ ਪੁੱਛੇ ਤਾਂ ਕੁਝ ਦੱਸਿਓ ਨਾ। ਕਈ ਦਿਨ ਬੀਤਣ ਤੋਂ ਬਾਅਦ ਸੰਗਤਾਂ ਨੇ, ਸਿੱਖਾਂ ਨੇ ਬਾਬਾ ਬੁੱਢਾ ਸਾਹਿਬ ਨੂੰ ਬੇਨਤੀ ਕੀਤੀ ਵੀ ਤੁਹਾਡੇ ਕੋਲ ਜੁਗਤੀ ਹੈ, ਤੁਸੀਂ ਅਰਦਾਸ ਕੀਤੀ ਹੈ, ਗੁਰੂ ਨੂੰ ਪ੍ਰਗਟ ਕੀਤਾ ਹੈ, ਤੁਸੀਂ ਦੱਸੋ ਵੀ ਗੁਰੂ ਅੰਗਦ ਸਾਹਿਬ ਕਿੱਥੇ ਨੇ, ਸਾਡੀ ਮਦਦ ਕਰੋ। ਬਾਬਾ ਬੁੱਢਾ ਸਾਹਿਬ ਸੰਗਤਾਂ ਨੂੰ, ਸਿੱਖਾਂ ਨੂੰ ਨਾਲ ਲੈ ਕੇ ਕਰਤਾਰਪੁਰ ਸਾਹਿਬ ਤੋਂ ਚੱਲਦੇ ਹੋਏ ਖੰਡੂਰ ਸਾਹਿਬ ਨੂੰ ਆ ਰਹੇ ਨੇ। ਪੁੱਛਦੇ ਪਛਾਉਂਦੇ ਬੀਬੀ ਭਰਾਈ ਗੁਰੂ ਅੰਗਦ ਸਾਹਿਬ ਦੀ ਭੂਆ ਦੇ ਘਰ ਚਲੇ ਗਏ। ਪੁੱਛਦੇ ਨੇ ਵੀ ਤੁਹਾਨੂੰ ਪਤਾ ਲੱਗਾ ਗੁਰੂ ਅੰਗਦ ਸਾਹਿਬ ਆਏ ਇੱਧਰ ਨੂੰ? ਉਹਨੇ ਨਾ ਹਾਂ ਆਖਿਆ ਤੇ ਨਾ ਆਖਿਆ, ਚੁੱਪ।
ਜਦੋਂ ਹਾਂ ਤੇ ਨਾ ਵਿੱਚ ਜਵਾਬ ਨਾ ਹੋਏ ਤੇ ਉਦੋਂ ਫਿਰ ਸ਼ਾਇਦ ਸ਼ਬਦ ਲੱਗ ਜਾਂਦਾ ਵੀ ਸ਼ਾਇਦ ਇਹਨੂੰ ਕੁਝ ਪਤਾ ਹੈ। ਬਾਬਾ ਬੁੱਢਾ ਸਾਹਿਬ ਨੇ ਸੰਗਤਾਂ ਨੂੰ ਆਖਿਆ, ਕਹਿਣ ਲੱਗੇ ਸਾਧ ਸੰਗਤ ਜੀ, ਸ਼ਬਦ ਵਿੱਚ ਇਤਨੀ ਤਾਕਤ ਹੈ ਕਿ ਜਿਹੜਾ ਸ਼ਬਦ ਗੁਰੂ ਨਾਨਕ ਦਾ ਭਾਈ ਜੋਧ ਕੋਲੋਂ ਸੁਣ ਕੇ ਭਾਈ ਲਹਿਣਾ ਗੁਰੂ ਅੰਗਦ ਸਾਹਿਬ ਦੇ ਚਰਨ, ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਪਹੁੰਚ ਗਏ ਸੀ ਨਾ, ਅੱਜ ਉਸੇ ਸ਼ਬਦ ਦਾ ਕੀਰਤਨ ਕਰੋ। ਬੀਬੀ ਭਰਾਈ ਦੇ ਘਰ ਵਿਹੜੇ 'ਚ ਬਹਿ ਕੇ ਸੰਗਤਾਂ ਨੇ ਕੀਰਤਨ ਕੀਤਾ ਤੇ ਗੁਰੂ ਅੰਗਦ ਸਾਹਿਬ ਕੀਰਤਨ ਸ਼ਬਦ ਸੁਣ ਕੇ ਅੰਦਰੋਂ ਉੱਠ ਕੇ ਪ੍ਰਗਟ ਹੋ ਗਏ। ਇੰਨਾ ਪਵਿੱਤਰ ਹਿਰਦਾ ਬਾਬਾ ਬੁੱਢਾ ਸਾਹਿਬ ਜੀ ਦਾ। ਖੰਡੂਰ ਸਾਹਿਬ ਆ ਗਏ। ਬਾਬਾ ਬੁੱਢਾ ਸਾਹਿਬ ਜੀ ਦਾ ਕਿਤਨਾ ਸਤਿਕਾਰ ਹੈ ਗੁਰੂ ਘਰ 'ਚ। ਸਮਾਂ ਪਾ ਕੇ ਗੁਰੂ ਅੰਗਦ ਸਾਹਿਬ ਨੇ ਗੁਰਤਾ ਗੱਦੀ ਧੰਨ ਗੁਰੂ ਅਮਰਦਾਸ ਜੀ ਨੂੰ ਦਿੱਤੀ। ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਨਗਰ ਵਸਾਇਆ ਤੇ ਸੰਗਤਾਂ ਦੀ ਸਹੂਲਤ ਵਾਸਤੇ, ਸਾਰਿਆਂ ਦੇ ਵਾਸਤੇ ਬੌਲੀ ਸਾਹਿਬ ਤਿਆਰ ਕਰਨ ਲੱਗੇ ਤੇ ਬੌਲੀ ਸਾਹਿਬ ਦਾ ਟੱਕ ਬਾਬਾ ਬੁੱਢਾ ਸਾਹਿਬ ਜੀ ਤੋਂ ਲਵਾਇਆ ਜਾਂਦਾ ਹੈ। ਗੁਰੂ ਘਰ ਵਿੱਚ ਬਾਬਾ ਬੁੱਢਾ ਸਾਹਿਬ ਜੀ ਦਾ ਬਹੁਤ ਜ਼ਿਆਦਾ ਮਾਨ ਸਨਮਾਨ। ਮੈਂ ਬੇਨਤੀ ਕਰਾਂ, ਸਮਾਂ ਸਮਾਪਤ ਹੈ। ਜਿੱਥੇ ਗੁਰੂ ਗ੍ਰੰਥ ਪੰਜ ਗੁਰੂਆਂ ਦੀ ਦੇਣ ਹੈ, ਪੰਜ ਪਾਤਸ਼ਾਹੀਆਂ ਦੀ ਦੇਣ ਗ੍ਰੰਥ ਹੈ, ਉੱਥੇ ਬਾਬਾ ਬੁੱਢਾ ਸਾਹਿਬ ਪਹਿਲਾ ਗ੍ਰੰਥੀ ਵੀ ਪੰਜ ਗੁਰੂਆਂ ਦੀ ਦੇਣ ਹੈ। ਜਿੱਥੇ ਪੰਜ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਤਿਆਰ ਕੀਤਾ, ਉੱਥੇ ਪੰਜ ਗੁਰੂਆਂ ਨੇ ਬਾਬਾ ਬੁੱਢਾ ਸਾਹਿਬ ਗ੍ਰੰਥੀ ਤਿਆਰ ਕੀਤਾ। ਔਰ ਜਦੋਂ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ, ਜਦੋਂ ਰੱਬ ਕਿਸੇ ਜ਼ਬਾਨ ਤੋਂ ਬੋਲਿਆ ਤੇ ਬਾਬੇ ਬੁੱਢੇ ਦੇ ਮੁਖ ਤੋਂ ਬੋਲਿਆ। ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਗੁਰੂ ਅਰਜਨ ਦੇਵ ਪਾਤਸ਼ਾਹ ਕਰਾਉਂਦੇ ਨੇ ਤੇ ਪ੍ਰਕਾਸ਼ ਕਰਕੇ ਤਾਬਿਆ ਬਾਬਾ ਬੁੱਢਾ ਸਾਹਿਬ ਜੀ ਨੂੰ ਬਿਠਾਉਂਦੇ ਨੇ। ਦਰਬਾਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਸਾਹਿਬ ਨੇ, ਸਤਿਕਾਰਯੋਗ। ਤੇ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਮਾਰੇ ਲਾਹੌਰ ਨੂੰ ਜਾਂਦੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿ ਕੇ ਜਾਂਦੇ ਨੇ ਕਿ ਬਾਬਾ ਬੁੱਢਾ ਸਾਹਿਬ ਜੀ ਪੁਰਾਤਨ ਮਹਾਂਪੁਰਖ ਨੇ, ਇਹਨਾਂ ਦੀ ਤਾਬਿਆ 'ਚ ਇਹਨਾਂ ਨੂੰ ਪੁੱਛ ਕੇ ਚੱਲਣਾ। ਮੈਂ ਫਿਰ ਬੇਨਤੀ ਕਰਾਂ, ਬਾਬਾ ਬੁੱਢਾ ਸਾਹਿਬ ਜੀ ਵਰਗਾ ਸਿਦਕ, ਸਬਰ, ਸੰਤੋਖ ਕਿਸੇ ਕੋ ਨਹੀਂ ਹੋ ਸਕਦਾ। ਇਸ ਦਾ ਸਿਖਰ ਬਾਬਾ ਬੁੱਢਾ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਜੇ ਕੋਈ ਦੂਜਾ ਉੱਚਾ ਦਰਜਾ ਤੇ ਉਹ ਬਾਬਾ ਬੁੱਢਾ ਸਾਹਿਬ ਜੀ ਦਾ ਹੈ। ਇੰਨੀ ਬੰਦਗੀ, ਇੰਨੀ ਭਗਤੀ ਗੁਰੂ ਨਾਨਕ ਗੁਰਤਾ ਗੱਦੀ ਗੁਰੂ ਅੰਗਦ ਸਾਹਿਬ ਨੂੰ ਦੇ ਦੇਣ ਤੇ ਬਾਬਾ ਬੁੱਢਾ ਸਾਹਿਬ ਜੀ ਕਦੇ ਅਧਿਕਾਰ ਨਾ ਜਤਾਉਣ। ਗੁਰੂ ਅੰਗਦ ਸਾਹਿਬ ਗੁਰਤਾ ਗੱਦੀ ਗੁਰੂ ਅਮਰਦਾਸ ਜੀ ਨੂੰ ਦੇ ਦੇਣ, ਬਾਬਾ ਬੁੱਢਾ ਸਾਹਿਬ ਕਦੀ ਹੱਕ ਨਾ ਜਤਾਉਣ। ਗੁਰੂ ਅਮਰਦਾਸ ਗੁਰਤਾ ਗੱਦੀ ਧੰਨ ਗੁਰੂ ਰਾਮਦਾਸ ਨੂੰ ਦੇ ਦੇਣ ਤੇ ਬਾਬਾ ਬੁੱਢਾ ਸਾਹਿਬ ਫਿਰ ਕਦੇ ਹੱਕ ਨਾ ਜਤਾਉਣ ਵੀ ਮੈਂ ਵੀ ਹਾਂ। ਅੰਮ੍ਰਿਤਸਰ ਸਾਹਿਬ ਜੀ ਦਾ ਪਹਿਲਾ ਨਾਮ ਰਾਮਦਾਸ ਚੱਕ ਹੈ, ਫਿਰ ਰਾਮਦਾਸਪੁਰ। ਅੰਮ੍ਰਿਤਸਰ ਸਾਹਿਬ ਦੇ ਬਹੁਤ ਬਾਅਦ ਵਿੱਚ ਸ਼ਹਿਰ ਬਣਦਾ ਹੈ, ਜਦੋਂ ਸਰੋਵਰ ਬਣਦਾ ਹੈ। ਇਸ ਨਗਰ ਦੀ ਸ਼ੁਰੂਆਤ ਅੰਮ੍ਰਿਤਸਰ ਸਰੋਵਰ ਦੀ ਨੀਂਹ ਦੀ ਅਰਦਾਸ ਵੀ ਬਾਬਾ ਬੁੱਢਾ ਸਾਹਿਬ ਜੀ ਤੋਂ ਕਰਾਈ ਜਾਂਦੀ ਹੈ। ਇਤਨੀ ਮਹਾਨ ਪਵਿੱਤਰ ਆਤਮਾ, ਇਤਨਾ ਉੱਚਾ ਜੀਵਨ ਬਾਬਾ ਬੁੱਢਾ ਸਾਹਿਬ ਜੀ ਦਾ ਹੈ। ਗੁਰੂ ਰੱਬ ਮਿਹਰ ਕਰੇ, ਸਾਨੂੰ ਇਹ ਮਾਣ ਦਿੱਤਾ ਕਿ ਬਾਬਾ ਬੁੱਢਾ ਸਾਹਿਬ ਵਾਲੀ ਪਦਵੀ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗ੍ਰੰਥੀ ਹੋਣ ਦਾ ਮਾਣ ਦਿੱਤਾ। ਅਰਦਾਸ ਕਰੀਏ ਸੱਚੇ ਪਾਤਸ਼ਾਹ ਕਿਰਪਾ ਕਰੀਏ, ਜੀਵਨ ਬਣਿਆ ਰਹੇ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਏ। ਦੁਨੀਆ ਦੇ ਵਿੱਚ ਸਭ ਤੋਂ ਸਤਿਕਾਰਤ ਪਦਵੀ ਹੈ ਤੇ ਗ੍ਰੰਥੀ ਸਾਹਿਬ ਦੀ ਹੈ। ਇਸ ਤੋਂ ਉੱਚਾ ਉਹਦਾ ਕੋਈ ਨਹੀਂ। ਔਰ ਅੱਜ ਵੀ ਸੰਗਤਾਂ ਸਿੰਘ ਸਾਹਿਬਾਨ ਹੈਡ ਗ੍ਰੰਥੀ ਪਾਸੋਂ, ਗ੍ਰੰਥੀ ਸਾਹਿਬਾਨ ਪਾਸੋਂ ਆਪਾਂ ਕਿਉਂ ਅਰਦਾਸ ਕਰਾਉਣੇ? ਦੇਖੋ ਸਾਧ ਸੰਗਤ, ਭਾਵੇਂ ਕਿ ਅਰਦਾਸ ਕਰਾਉਣ ਵਾਲਾ ਸਿੰਘ ਸਾਹਿਬ ਗਿਆਨੀ ਬਚਿੱਤਰ ਸਿੰਘ ਹੈਡ ਗ੍ਰੰਥੀ ਸਾਹਿਬ, ਉਹ ਜਦੋਂ ਵੀ ਕਥਾ ਕਰਦੇ ਆਪਾਂ ਸਾਰੇ ਬੜੇ ਧਿਆਨ ਨਾਲ ਸੁਣਦੇ। ਉਹਨਾਂ ਇੱਕ ਵਾਰ ਬੇਨਤੀ ਕੀਤੀ ਸੀ ਬੰਗਲਾ ਸਾਹਿਬ ਤੋਂ ਲਾਈਵ ਕਿ ਅਰਦਾਸ ਕਰਾਉਣ ਵਾਲਾ ਕਰੋੜਾਂ ਪਤੀ ਅਰਬਾਂ ਪਤੀ ਹੋਏਗਾ ਤੇ ਅਰਦਾਸ ਕਰਨ ਵਾਲਾ ਗ੍ਰੰਥੀ ਸਾਹਿਬ ਕਦੀ ਅਰਬਾਂ ਪਤੀ ਨਹੀਂ ਹੁੰਦਾ ਤੇ ਗਰੀਬੀ ਤਬਕੇ 'ਚ ਉੱਠੇ ਹੋਏ ਆ। ਫਿਰ ਕਾਰਨ ਕੀ ਹੈ? ਅਰਦਾਸ ਕਰਾਉਣ ਵਾਲਾ ਅਰਬਾਂ ਪਤੀ, ਕਰਨ ਵਾਲਾ ਗਰੀਬ ਹੈ। ਪਤਾ ਕਿਉਂ? ਉਹਨੂੰ ਪਤਾ ਵੀ ਇਹਨੇ ਜਿਹਦੇ ਅੱਗੇ ਅਰਦਾਸ ਕਰਨੀ ਉਹ ਸਾਰੀ ਦੁਨੀਆ ਦਾ ਸ਼ਹਿਨਸ਼ਾਹ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਇਹ ਉਹਦੀ ਤਾਬਿਆ 'ਚ ਬੈਠਾ ਹੈ, ਇਹ ਉਹਦੇ ਨੇੜੇ ਹੈ।
ਤੇ ਗੁਰੂ ਕਿਰਪਾ ਕਰੇ ਜਿਵੇਂ ਸਰੀਰ ਕਰਕੇ ਨੇੜਤਾ ਗੁਰੂ ਨੇ ਬਖਸ਼ੀ ਹੈ ਨਾ, ਅੰਦਰ ਦੇ ਖਿਆਲ ਜੀਵਨ ਕਰਕੇ ਵੀ ਗੁਰੂ ਸਾਨੂੰ ਆਪਣੇ ਚਰਨਾਂ 'ਚ ਜੋੜੀ ਰੱਖੇ। ਬਾਬਾ ਬੁੱਢਾ ਸਾਹਿਬ ਜੀ ਦੇ ਅੱਜ ਆਗਮਨ ਦਿਵਸ ਤੇ ਆਪ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਨ 27 ਅਕਤੂਬਰ ਨੂੰ ਸਵੇਰੇ ਅੰਮ੍ਰਿਤ ਵੇਲੇ ਤੋਂ ਦੁਪਹਿਰ 2 ਵਜੇ ਤੱਕ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਕੁੰਡਲੀ ਬਾਰਡਰ ਤੇ ਜੋ ਗੁਰਦੁਆਰਾ ਬਣਾਇਆ ਹੈ ਉਸ ਸਥਾਨ ਤੇ ਮਨਾ ਰਹੀ ਹੈ। ਆਪ ਜੀ ਨੇ ਵੱਧ ਤੋਂ ਵੱਧ ਪਹੁੰਚ ਕੇ ਹਾਜ਼ਰੀਆਂ ਭਰ ਕੇ ਗੁਰੂ ਸ਼ਬਦ ਗੁਰੂ ਗਿਆਨ ਨਾਲ ਜੁੜ ਕੇ ਖੁਸ਼ੀਆਂ ਪ੍ਰਾਪਤ ਕਰਨੀਆਂ। ਅੱਜ ਦੀ ਕਥਾ ਦੀ ਸੇਵਾ ਸਿੰਘ ਸਾਹਿਬ ਗਿਆਨੀ ਬਚਿੱਤਰ ਸਿੰਘ ਹੜ ਗ੍ਰੰਥੀ ਸਾਹਿਬ ਜੀ ਨੇ ਬਖਸ਼ੀ। ਉਹਨਾਂ ਸੇਵਾ ਦਾ ਸਮਾਂ ਦਿੱਤਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਪਾਂ ਸਾਰੇ ਅਰਦਾਸ ਕਰਦੇ ਹਾਂ ਕਿ ਸਿੰਘ ਸਾਹਿਬਾਨਾਂ ਨੂੰ ਗੁਰੂ ਚੜ੍ਹਦੀ ਕਲਾ, ਇਸੇ ਤਰ੍ਹਾਂ ਸੇਵਾ ਕਰਨ ਦਾ, ਗੁਰੂ ਦਾ ਚਰਨ ਪਰਸਨ ਦਾ ਗੁਰੂ ਸੰਗਤ ਮਾਣ ਬਖਸ਼ਦੀ ਰਹੇ। ਗੁਰੂ ਸਿਰ ਤੇ ਮਿਹਰ ਭਰਾ ਹੱਥ ਰੱਖਣ ਜੀ। ਧੰਨਵਾਦ ਆਪ ਸੰਗਤਾਂ ਦਾ, ਧੰਨਵਾਦ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ। ਭੁੱਲਾਂ ਦਾਸ ਦੀਆਂ ਜਾਣ ਕੇ ਮੁਆਫ ਕਰ ਦੇਣਾ। ਗੁਰਮਤਿ ਦੇ ਬੋਲ ਗੁਰੂ ਦੇ ਜਾਣ ਕੇ ਹਿਰਦੇ 'ਚ ਧਾਰਨ ਕਰ ਲੈਣਾ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ।